ਤੁਹਾਡੇ ਤਾਂ ਪਿਤਾ ਜੀ ਖੁਦ ਹੈ ਨਹੀਂ, ਤੁਸੀਂ ਜਿਵੇਂ ਸਾਰੇ ਨੌਜਵਾਨ ਖੜੇ ਹੋ, ਪਰ ਨੌਕਰੀ ਵੀ ਨਹੀਂ ਇਹਨਾਂ ਵਾਸਤੇ ਹੈਗੀ ਵੀ ਤੁਹਾਨੂੰ ਇੱਕ ਨੌਕਰੀ ਦੇ ਦੇਣ। ਸਰ ਸਰ ਸਾਡੇ ਰਿਸ਼ਤੇਦਾਰ ਵੀ ਨਹੀਂ ਸਾਨੂੰ ਪੁੱਛਦੇ ਹੈਗੇ। ਕਿਸੇ ਕੋਲ ਜਾਂਦੇ ਅਗਲਾ ਕਹਿੰਦਾ ਪੈਸੇ ਮੰਗ ਰਹੇ ਆ, ਕਿਤੋਂ ਤੋਂ ਜੀ ਅਸੀਂ ਘਰੇ ਜਾ ਕੇ ਕਿਵੇਂ ਗੁਜ਼ਾਰਾ ਕਰਾਂਗੇ। ਕੋਈ ਕਿਰਾਏ ਤੇ ਬੈਠਾ ਹੈਗਾ, ਕਿਸੇ ਕੋਲੇ ਜਗ੍ਹਾ ਵੇਚੀ ਨਹੀਂ ਹੈਗੀ, ਕਿਸੇ ਨੇ 2-2 ਲੱਖ ਰੁਪਏ ਸਾਡੇ ਸਿਰ ਤੇ ਹੋਰ ਚੜੇ ਹੋਏ ਆ, ਕਿੱਥੋਂ ਦੇਵਾਂਗੇ ਅਸੀਂ? ਕਰਜ਼ਾ ਵੀ ਤੁਹਾਡੇ ਸਿਰ ਤੇ ਹੈਗਾ। ਹਾਂਜੀ, ਕਿੱਥੋਂ ਅਸੀਂ ਨੌਕਰੀ ਦੇਵਾਂ ਕਰਾਂਗੇ ਤੇ ਕਿੱਥੋਂ ਅਸੀਂ 2 ਮਹੀਨੇ ਜੇ ਅਸੀਂ ਐਸੇ ਹਾਲ 'ਚ ਰਹੇ ਤਾਂ ਸਾਡੇ ਤਾਂ ਚੱਪਲਾਂ ਪਾ ਕੇ ਆਏ ਹੋ, ਬੂਟ ਵੀ ਨਹੀਂ ਗਏ ਪੈਰਾਂ ਵਿੱਚ। ਬੂਟ ਚੱਪਲਾਂ ਕਿਸ ਗਈਆਂ ਜੀ, ਕੁਝ ਵੀ ਨਹੀਂ ਰਿਹਾ ਪੱਲੇ। ਰਾਸ਼ਨ ਮੂੰਹ ਖਾਣ ਨੂੰ ਵੀ ਪੈਸਾ ਨਹੀਂ ਹੈਗਾ ਜੀ। ਬਹੁਤ ਵੱਡਾ ਮਾਣ ਮਿਲਦਾ ਸਾਨੂੰ, ਸਾਡੇ ਡੈਡੀਆਂ ਨੇ ਨੌਕਰੀ ਕੀਤੀ ਹੈ ਨਾ, ਜਦੋਂ ਅਸੀਂ ਘਰੇ ਵੀ ਲੈ ਕੇ ਗਏ ਨਾ ਸਾਨੂੰ ਉਸ ਦਿਨ ਹੀ ਮਾਣ ਮਿਲ ਗਿਆ ਸੀਗਾ ਜੀ। ਉਸ ਤੋਂ ਬਾਅਦ ਤਾਂ ਅਸੀਂ ਉਮੀਦ ਨਹੀਂ ਰੱਖ ਸਕਦੇ, ਉਮੀਦਾਂ ਟੁੱਟ ਚੁੱਕੀਆਂ ਜੀ। ਮਾਤਾ ਸਾਡੀ ਜਿਵੇਂ ਹੁਣ ਵੀਰ ਨੇ ਦੱਸਿਆ ਹੈਗਾ ਭਾਂਡੇ ਮਾਂਜਦੀਆਂ ਵਿਚਾਰੀਆਂ, ਹੁਣ ਇੱਥੋਂ ਅਸੀਂ ਫੋਨ ਵੀ ਕਰਦੇ ਆ ਨਾ, ਫੋਨ ਵੀ ਇੱਕ ਦੂਜੇ ਦਾ ਫੋਨ ਲੈ ਕੇ ਕਰਦੇ ਆ ਜੀ ਵੀ ਮਾਤਾ ਜੀ ਸਾਡੇ ਕੋਲ ਪੈਸੇ ਖਤਮ ਹੋ ਗਏ। ਪੈਸੇ ਉਹ ਭੇਜਦੇ ਨੇ ਪਿੱਛੋਂ। ਕੋਈ ਨਹੀਂ ਪੁੱਤ, ਕੋਈ ਨਹੀਂ, ਪੁੱਛ ਕੇ ਕਿਸੇ ਤੋਂ 400-500 ਰੁਪਏ ਭੇਜ ਦਿੰਨੇ ਆ। ਉਹ ਵੀ 500 ਰੁਪਏ ਕਿਸੇ ਤੋਂ ਪੁੱਛ ਕੇ ਜੀ ਹਫ਼ਤੇ ਦਾ ਟਾਈਮ ਦਿੰਦੇ ਨੇ। ਹਫ਼ਤੇ ਤੱਕ ਨਾ ਪੈਸੇ ਮੋੜਾਂਗੇ ਤਾਂ ਫਿਰ ਮਾਤਾ ਦਾ ਫੋਨ ਆਉਂਦਾ ਗਾ, ਪੁੱਤ ਕਿੱਥੋਂ ਪੈਸੇ ਦੇਵਾਂ ਮੈਂ ਹੁਣ? ਅਸੀਂ ਪ੍ਰੋਟੈਸਟ ਕਰੀਏ ਜਾਂ ਪਰਿਵਾਰ ਨੂੰ ਦੇਖੀਏ ਜੀ। ਡੈਡੀ ਤੋਂ ਬਾਅਦ ਤਾਂ ਘਰ ਖਤਮ ਹੀ ਹੋ ਗਿਆ ਜੀ, ਕੁਛ ਉਮੀਦਾਂ ਨਹੀਂ ਰਹੀਆਂ ਹੈਗੀਆਂ, ਉਮੀਦਾਂ ਚਕਨਾਚੂਰ ਹੋ ਗਈਆਂ। ਵੀ ਤੁਹਾਡਾ ਦਫ਼ਤਰਾਂ 'ਚ ਜਾਂਦੇ ਉੱਥੇ ਵੀ ਇਹ ਗੱਲ ਕਹੀ ਜਾਂਦੀ ਆ ਵੀ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਦਿੱਤੀਆਂ ਕਦੋਂ ਜਾਣਗੀਆਂ ਸਰ ਜੀ? ਬੇਰੁਜ਼ਗਾਰ ਅਸੀਂ ਅੱਜ ਹੋਏ ਪਏ ਆ, ਪੈਸੇ ਸਾਡੇ ਲਵੇ ਅੱਜ ਨਹੀਂ ਹੈਗੇ। ਨੌਕਰੀਆਂ ਦੇਣਗੇ ਸਰਕਾਰ, ਦਊਗੀ ਕਦੋਂ ਨਾ ਸਾਨੂੰ? ਵੀ 10-10 ਸਾਲ 15-15 ਸਾਲ 20-20 ਸਾਲ ਹੋ ਗਏ ਨੇ। ਸਰਕਾਰ ਨੂੰ ਮੈਂ ਇਹ ਦੱਸਣੀ ਚਾਹਣਾ ਵੀ ਇਕੱਲੇ ਮੁਲਾਜ਼ਮ ਸ਼ਹੀਦ ਨਹੀਂ ਹੋਏ, ਉਹਨਾਂ ਦੇ ਪਰਿਵਾਰ ਵੀ ਸੀ ਪਿੱਛੇ, ਉਹਨਾਂ ਦੀਆਂ ਮਾਵਾਂ ਵੀ ਸੀਗੀਆਂ, ਉਹਨਾਂ ਦੀਆਂ ਭੈਣਾਂ ਵੀ ਸੀਗੀਆਂ, ਉਹਨਾਂ ਦੇ ਬੇਟੇ ਵੀ ਸੀਗੇ, ਕਈ ਔਰਤਾਂ ਦੇ ਸੁਹਾਗ ਤੱਕ ਉਜੜੇ ਨੇ। ਤੁਸੀਂ ਜਾਣਦੇ ਹੋ ਆਫਿਸ ਜਾ ਕੇ ਗੱਲ ਕੀਤੀ ਇਹਨਾਂ ਨਾਲ ਵੀ ਸਾਨੂੰ ਨੌਕਰੀ ਦਿਓ? ਤੁਸੀਂ ਖੁਦ ਕਹਿ ਕੇ ਗਏ ਸੀ, ਵਾਅਦੇ ਕੀਤੇ 2016 ਦੇ ਵਿੱਚ। ਅਸੀਂ ਸਰ ਜਾਣਦੇ ਹਾਂ ਕਿ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਹੈਗਾ, ਸਾਨੂੰ ਦਿਲਾਸਾ ਦਿੱਤਾ ਜਾਂਦਾ ਹੈਗਾ ਕੋਈ ਨਹੀਂ ਤੁਹਾਡਾ ਕੰਮ ਬਣ ਜਾਏਗਾ ਜੀ। ਅਸੀਂ ਇਹੀ ਪੈਰ ਸਾਡੇ ਮਾਤਾ ਸ੍ਰੀ ਆਉਂਦੇ ਹੈਗੇ, ਅਸੀਂ ਕਿਰਾਇਆ ਪਤਾ ਨਹੀਂ ਕਿਤੋਂ ਮੰਗ ਕੇ ਲੈ ਕੇ ਆਉਂਦੇ ਹਾਂ, ਘਰੇ ਪਹੁੰਚਦੇ ਹਾਂ ਵਾਪਸ ਜਾਂਦੇ ਨੇ, ਹਾਂ ਪੁੱਤ ਕੀ ਬਣਿਆ? ਅਸੀਂ ਆਪਣਾ ਮੂੰਹ ਲਟਕਾ ਕੇ ਕੁਛ ਨਹੀਂ ਦੱਸ ਸਕਦੇ, ਅਸੀਂ ਇੰਨੇ ਮਜਬੂਰ ਹਾਂ। ਤੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਉਹਨੂੰ? ਘਰ ਦਾ ਗੁਜ਼ਾਰਾ ਪੁੱਛੋ ਨਾ ਜੀ, ਅਸੀਂ ਦਿਹਾੜੀ ਕੋਈ ਰਾਸ਼ਨ ਤੱਕ ਵੀ ਨਹੀਂ ਦਿੰਦਾ ਹੈਗਾ ਜੀ ਸਾਨੂੰ, ਕਿਸ ਵੇਸ ਤੇ ਦੇਗਾ ਜੀ? ਪੱਲੇ ਪੈਸਾ ਤੱਕ ਨਹੀਂ ਹੈ। ਹੁਣ ਵੀ ਅਸੀਂ ਕਿਰਾਇਆ ਕਿਸੇ ਤੋਂ ਲੈ ਕੇ ਆਏ ਹਾਂ ਜੀ। ਤੁਸੀਂ ਹੁਣ ਆਏ ਹੋ ਉੱਥੇ ਪ੍ਰੋਟੈਸਟ ਕਰਨ, ਵੀ ਕਿਰਾਇਆ ਕਿਸੇ ਕੋਲ ਲੈ ਕੇ ਆਏ ਹੋ? ਬਸ ਕਿਰਾਇਆ ਕਿਸੇ ਤੋਂ ਲੈ ਕੇ ਆਇਆ ਸਰ। ਹੁਣ ਸਾਨੂੰ ਜੇ ਨਹੀਂ ਕੁਛ ਮਿਲੇਗਾ ਸਾਨੂੰ ਉਹ ਵੀ ਜਾ ਕੇ ਦੇਣੇ ਬੜੇ ਔਖੇ ਹੋ ਜਾਣਗੇ। ਸਾਨੂੰ ਆਇਆਂ ਨੂੰ ਵੀ ਇੱਥੇ 2-2 ਹਫ਼ਤੇ ਹੋ ਗਏ, ਕਿੱਥੋਂ ਪੈਸੇ ਦੇਵਾਂਗੇ ਜੀ ਅਸੀਂ ਜਾ ਕੇ? ਕੰਮ ਤੋਂ ਸਾਡੇ ਉਹ ਵਿਹਲੇ ਪਏ ਆ, ਮਾਤਾ ਸਾਡੀਆਂ ਵਿਚਾਰੀਆਂ ਉਹ ਬੈਠੀਆਂ ਆਸ ਲਈ ਬੈਠੀਆਂ ਨੇ, ਕਿੱਥੋਂ ਮਾਤਾ ਨੂੰ ਕਿੱਥੋਂ ਕੀ ਜਵਾਬ ਦੇਵਾਂਗੇ ਜਾ ਕੇ? ਇੱਕ ਪਾਸੇ ਸਰਕਾਰ ਦੁਆਰਾ ਮੰਤਰੀਆਂ ਦੇ ਜਵਾਕਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਆ, ਸਾਡੇ ਪਰਿਵਾਰਕ ਮੈਂਬਰ ਨੇ ਜੋ, ਪਰ ਸਾਡੇ ਪਰਿਵਾਰਕ ਮੈਂਬਰ ਤਾਂ ਸ਼ਹੀਦ ਹੋਏ ਨੇ ਨਾ, ਇਹਨਾਂ ਨੇ ਬਣਦੀ ਉਹਨਾਂ ਨੂੰ ਹੱਕ ਪਹਿਲਾਂ ਦਿੱਤੇ ਜਾਣੇ ਚਾਹੀਦੇ ਹੈ, ਕਿ ਪਰ ਸਰਕਾਰ ਨੇ ਸਾਡੇ ਬਣਦੇ ਹੱਕ ਨਹੀਂ ਦੇ ਰਹੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵਾਂਗੇ ਅਸੀਂ, ਜਿਹੜੇ ਪੰਜਾਬ ਹੋਮਗਾਰਡ ਵਿੱਚ ਔਨ ਡਿਊਟੀ ਡੈਥ ਹੋਈ। 2016 ਦੇ ਵਿੱਚ ਅਕਾਲੀਆਂ ਦੀ ਸਰਕਾਰ ਹੈਗੀ ਸੀ, ਕੈਪਟਨ ਸਾਹਿਬ ਨੇ ਖੁਦ ਗੱਲ ਕਹੀ ਸੀ ਵੀ ਜਿੰਨੇ ਵੀ ਤੁਹਾਡੇ ਨੌਜਵਾਨਾਂ ਦੇ ਪਿਤਾ ਸ਼ਹੀਦ ਹੋਏ ਨੇ ਸਭ ਨੂੰ ਨੌਕਰੀ ਦਿੱਤੀ ਜਾਏਗੀ। ਹਾਂਜੀ, ਉਹਨਾਂ ਦੇ ਨਾਂ ਰਜਿੰਦਰ ਕੌਰ ਭੱਠਲ, ਰਵਨੀਤ ਬਿੱਟੂ, ਸੁਨੀਲ ਜਾਖੜ ਤੇ ਹੋਰ ਨੁਮਾਇੰਦੇ ਆਏ ਸਨ। ਉਹਨਾਂ ਨੇ ਸਾਨੂੰ ਸਮਰਥਨ ਵੀ ਦਿੱਤਾ ਸੀਗਾ ਕਿ ਤੁਹਾਨੂੰ ਹਰੇਕ ਪਰਿਵਾਰ ਨੂੰ ਨੌਕਰੀ ਦਿੱਤੀ ਜਾਊਗੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ। ਤੇ ਮਾਤਾ ਮੇਰੇ ਘਰ ਕਿਸੇ ਦੇ ਜਾ ਕੇ ਸਫਾਈ ਕਰਦੇ ਆ, ਤੇ ਚਲੋ ਸਫਾਈ ਕਰਕੇ ਜੋ ਕਰਦਾ ਖਰਚਾ ਉਹਦੇ ਨਾਲ ਚੱਲਦਾ। ਮੈਂ ਇੱਕ ਦਿਹਾੜੀਦਾਰ ਬੰਦਾ, ਦਿਹਾੜੀ ਜਾ ਕੇ ਹੁਣ ਮੈਂ 10 ਦਿਨ ਹੋ ਗਏ ਇੱਥੇ, ਤਾਂ ਫਿਰ ਕੁਛ ਨਹੀਂ ਕਰਦਾ ਇਸ ਟਾਈਮ ਹੈਗਾ। ਜਦ ਮੈਂ ਘਰੇ ਜਾਵਾਂਗਾ ਤਾਂ ਮਾਤਾ ਮੇਰੀ ਵੀ ਮੈਨੂੰ ਵੇਖ ਕੇ ਕੀ ਆਖੇਗੀ, ਸੋਚੂਗੀ ਵੀ ਦੱਸ। ਸਵਾਲ ਤੁਸੀਂ ਕਰ ਲਿਆ, ਜੇ ਸਵਾਲ ਨਹੀਂ ਕੀਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੀ ਇਸ ਚੁਰਾਹੇ ਵਿੱਚ ਪੋਸਟਰ ਲੈ ਕੇ ਖੜੇ ਹੋਵੋਗੇ ਵੀ ਸਾਨੂੰ ਨੌਕਰੀ ਦਿਓ, ਜਿਵੇਂ ਅੱਜ ਇਹ ਨੌਜਵਾਨ ਖੜੇ ਨੇ। ਇਹ ਪੰਜਾਬ ਦਾ ਭਵਿੱਖ ਹੈ ਜੋ ਅੱਜ ਨੌਕਰੀਆਂ ਮੰਗ ਰਿਹਾ। ਭਾਵੁਕ ਵੀ ਹੋ ਗਏ ਸਨ ਵੀ ਪਿਤਾ ਜੀ ਸ਼ਹੀਦ ਹੋ ਗਏ, ਸਰਕਾਰ ਨੇ ਲਾਰੇ ਲਾ ਕੇ ਰੱਖੇ ਵੀ ਨੌਕਰੀ ਦਾਂਗੇ, ਪਰ ਨੌਕਰੀ ਨਹੀਂ ਦਿੱਤੀ।
ਡਿਊਟੀ ਦੌਰਾਨ ਮ੍ਰਿਤਕ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿਓ। ਤੁਸੀਂ ਜਿਵੇਂ ਦੇਖ ਰਹੇ ਹੋ ਕਿ ਇਹ ਨੌਜਵਾਨ ਅੱਜ ਮੁਹਾਲੀ ਦੇ ਚੌਂਕ ਉੱਤੇ ਬੈਨਰ ਲੈ ਕੇ ਖੜੇ ਨੇ। ਇਹਨਾਂ ਦੇ ਪਿਤਾ ਜੀ ਸ਼ਹੀਦ ਹੋ ਗਏ ਸਨ, ਹੋਮਗਾਰਡ ਵਿੱਚ ਨੌਕਰੀ ਕਰਦੇ ਹੋਏ ਸ਼ਹੀਦ ਹੋ ਗਏ ਸਨ। ਜਿੰਨੇ ਵੀ ਤੁਸੀਂ ਨੌਜਵਾਨ ਦੇਖੋਗੇ ਸਾਰੇ ਹੀ ਇਹਨਾਂ ਨੌਜਵਾਨਾਂ ਦੇ ਪਿਤਾ ਸ਼ਹੀਦ ਹੋ ਚੁੱਕੇ ਨੇ, ਇਸ ਦੁਨੀਆ ਵਿੱਚ ਨਹੀਂ ਮੌਜੂਦ। ਤੇ ਦੂਸਰੇ ਪਾਸੇ ਸਰਕਾਰ ਨੇ ਕਿਹਾ ਸੀ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇਗੀ, ਉਸ ਬਾਵਜੂਦ ਇਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਹੈ। ਪਰ ਸਰਕਾਰ ਨੇ ਗੱਲ ਕਹੀ ਸੀ, ਹੁਣ ਇਹ ਅੱਜ ਆਏ ਨੇ ਮੁਹਾਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਨੌਕਰੀ ਦਿੱਤੀ ਜਾਵੇ। ਪੰਜਾਬ ਹੋਮਗਾਰਡ ਦੇ ਜੋ ਨੌਜਵਾਨ ਸ਼ਹੀਦ ਹੋ ਗਏ ਸਨ, ਤੁਹਾਨੂੰ ਦੱਸਾਂਗੇ ਕਿਹੜੇ ਬੈਚ ਨੂੰ ਨੌਕਰੀ ਦਿੱਤੀ ਗਈ ਹੈ ਤੇ ਕਿੱਥੋਂ ਉਹ ਬੈਚ ਵਾਂਝੇ ਵੀ ਰਹਿ ਗਏ ਨੇ। ਸਾਡੇ ਨੌਜਵਾਨ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਵਿਸਾਖਾ ਸਿੰਘ ਹੈ ਸਰ ਜੀ। ਪਿੰਡ ਕਿਹੜਾ? ਜ਼ਿਲ੍ਹਾ ਪਟਿਆਲੇ ਤੋਂ ਬਿਲੋਂਗ ਕਰਦਾ ਸਰ। ਜਦੋਂ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ ਸਨ, ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਨੌਕਰੀ ਦਿੱਤੀ ਜਾਵੇ, ਕਿ ਸਰਕਾਰ ਨੇ ਕਿਹਾ ਸੀ ਇਸ ਉੱਪਰ, ਜੇ ਤੁਹਾਨੂੰ ਕੋਈ ਚਿੱਠੀ ਭੇਜੀ ਸੀ? ਸਰ ਸਰਕਾਰ ਵੱਲੋਂ ਸਾਨੂੰ ਕਿਹਾ ਗਿਆ ਸੀਗਾ, ਮਹਿਕਮੇ ਵੱਲੋਂ ਵੀ ਸਾਨੂੰ ਕਿਹਾ ਗਿਆ ਸੀਗਾ ਵੀ ਤੁਹਾਨੂੰ ਤੁਹਾਡੇ ਬਣਦੇ ਹੱਕ ਤੇ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਸਾਨੂੰ ਅੱਜ ਤੱਕ ਕੋਈ ਨੌਕਰੀ ਨਹੀਂ ਦਿੱਤੀ ਗਈ। ਤੁਹਾਡੇ ਪਿਤਾ ਜੀ ਕਦੋਂ ਸ਼ਹੀਦ ਹੋਏ ਸਨ? ਮੇਰੇ ਪਿਤਾ ਜੀ ਸਰ 1995 ਦੇ ਵਿੱਚ ਸ਼ਹੀਦ ਹੋਏ ਸੀ। ਕਿਵੇਂ? ਸਰ ਔਨ ਡਿਊਟੀ ਡੈਥ ਹੋਈ ਸੀਗੀ ਉਹਨਾਂ ਦੀ। ਜਿੰਨੇ ਇੱਥੇ ਨੌਜਵਾਨ ਮੌਜੂਦ ਨੇ ਸਭ ਦੇ ਪਿਤਾ ਸ਼ਹੀਦ ਹੋਏ ਨੇ? ਹਾਂਜੀ, ਸਭ ਦੇ ਪਿਤਾ ਸ਼ਹੀਦ ਹੋਏ ਪਏ ਨੇ, ਸਾਰਿਆਂ ਦੇ ਔਨ ਡਿਊਟੀ ਸ਼ਹੀਦ ਹੋਏ ਨੇ ਜੀ। ਕਿੰਨੇ ਕੁ ਤੁਸੀਂ ਪੰਜਾਬ ਵਿੱਚ ਇਹੋ ਜਿਹੇ ਨੌਜਵਾਨ ਹੋ? ਸਰ ਪੰਜਾਬ ਵਿੱਚ ਲਗਭਗ 1000 ਕੇਸ ਨੇ ਤੇ ਇਹਦੇ ਵਿੱਚ ਕਿਸੇ ਵੀ ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ ਗਈ। ਤੇ ਅਸੀਂ ਸਰਕਾਰ ਅੱਗੇ ਬਹੁਤ ਪੋਲੀਟੀਕਲ ਪਾਰਟੀ ਅੱਗੇ ਅਸੀਂ ਆਪਣੀਆਂ ਮੰਗਾਂ ਰੱਖੀਆਂ ਤੇ ਮੌਜੂਦਾ ਸਰਕਾਰਾਂ ਤੇ ਸਮੇਂ ਦੀਆਂ ਸਰਕਾਰਾਂ ਨੇ ਪਰ ਸਾਨੂੰ ਕੁਝ ਵੀ ਨਹੀਂ ਅੱਜ ਤੱਕ ਦਿੱਤਾ। ਇਸ ਵਿੱਚ ਜਿੰਨੇ ਵੀ ਪਰਿਵਾਰ ਮੈਂਬਰਾਂ ਦੀ ਡੈਥ ਹੋਈ ਆ, ਸਾਰੇ ਹੀ ਅੱਜ ਤਰਸਯੋਗ ਭਰੀ ਹਾਲਤ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਨੇ। ਉਸ ਟਾਈਮ ਪੰਜਾਬ ਹੋਮਗਾਰਡ ਜੋ ਮੁਲਾਜ਼ਮ ਸੀ, ਸਾਡੇ ਵਾਰਿਸ ਸੀ, ਅਸੀਂ ਉਹਨਾਂ ਦੇ ਵਾਰਿਸ ਹਾਂ ਤੇ ਉਹ ਪੰਜਾਬ ਪੁਲਿਸ ਨਾਲ ਮੋਢਾ ਲਾ ਕੇ ਆਪਣੀ ਡਿਊਟੀ ਕਰਦੇ ਸੀ ਤੇ ਅੱਜ ਤੱਕ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਗਏ। ਅਸੀਂ ਇਸ ਵਿਸ਼ੇ ਤੇ ਅੱਜ ਤਾਂ ਰੋਸ਼ ਕਰ ਰਹੇ ਹਾਂ ਸਰਕਾਰ ਦੁਆਰਾ ਵੀ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ, ਤਾਂ ਜੋ ਸਾਡੀ ਜ਼ਿੰਦਗੀ ਆ ਇੱਕ ਚੰਗੇ ਢੰਗ ਨਾਲ ਅਸੀਂ ਗੁਜ਼ਾਰ ਸਕੀਏ। ਇੱਕ ਪਾਸੇ ਸਰਕਾਰ ਦੁਆਰਾ ਮੰਤਰੀਆਂ ਦੇ ਜਵਾਕਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਆ, ਸਾਡੇ ਪਰਿਵਾਰਕ ਮੈਂਬਰ ਨੇ ਸਾਡੇ ਪਰਿਵਾਰਕ ਮੈਂਬਰ ਤਾਂ ਸ਼ਹੀਦ ਹੋਏ ਨੇ ਨਾ, ਇਹਨਾਂ ਨੇ ਉਹਨਾਂ ਦੇ ਹੱਕ ਪਹਿਲਾਂ ਦਿੱਤੇ ਜਾਣੇ ਚਾਹੀਦੇ ਹੈ ਕਿ ਪਰ ਸਰਕਾਰ ਨੇ ਸਾਡੇ ਬਣਦੇ ਹੱਕ ਨਹੀਂ ਦੇ ਰਹੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ, ਬਠਿੰਡੇ ਤੋਂ ਬਿਲੋਂਗ ਕਰਦਾ ਹਾਂ। ਮੇਰੇ ਫਾਦਰ ਸਾਹਿਬ ਦੀ ਡੈਥ 2003 ਦੇ ਵਿੱਚ ਔਨ ਡਿਊਟੀ ਹੋ ਗਈ ਸੀਗੀ, ਡੈਥ ਰੋਡ ਐਕਸੀਡੈਂਟ ਹੋ ਗਿਆ ਸੀਗਾ, ਜੋ ਕਿ ਪੰਜਾਬ ਹੋਮਗਾਰਡ ਵਿੱਚ ਔਨ ਡਿਊਟੀ ਕਰਦੇ ਸਨ। ਤੇ ਸਰਕਾਰ ਨੇ ਸਾਨੂੰ ਪਿਛਲੇ 16 ਦੇ ਵਿੱਚ ਅਸੀਂ ਧਰਨਾ ਲਾਇਆ ਸੀਗਾ ਕੈਪਟਨ ਸਾਹਿਬ ਦੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਬਾਹਰ, ਸੀਐਮ ਸਾਹਿਬ ਤੇ ਹੋਰ ਵੱਖ ਜਿਹੜੇ ਆਪਣੇ ਨੁਮਾਇੰਦੇ ਸੀਗੇ ਉਹ ਆਏ ਸੀਗੇ ਕੈਪਟਨ ਸਾਹਿਬ ਦੇ ਨਾਲ, ਤੇ ਉਹਨਾਂ ਨੇ ਸਾਨੂੰ ਧਰਨੇ ਤੇ ਸਮਰਥਨ ਵੀ ਦਿੱਤਾ ਸੀਗਾ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵਾਂਗੇ ਅਸੀਂ, ਜਿਹੜੇ ਪੰਜਾਬ ਹੋਮਗਾਰਡ ਵਿੱਚ ਔਨ ਡਿਊਟੀ ਡੈਥ ਹੋਈ ਹੈ। 2016 ਦੇ ਵਿੱਚ ਅਕਾਲੀਆਂ ਦੀ ਸਰਕਾਰ ਹੈਗੀ ਸੀ, ਕੈਪਟਨ ਸਾਹਿਬ ਨੇ ਖੁਦ ਗੱਲ ਕਹੀ ਸੀ ਵੀ ਜਿੰਨੇ ਵੀ ਤੁਹਾਡੇ ਨੌਜਵਾਨਾਂ ਦੇ ਪਿਤਾ ਸ਼ਹੀਦ ਹੋਏ ਨੇ ਸਭ ਨੂੰ ਨੌਕਰੀ ਦਿੱਤੀ ਜਾਏਗੀ। ਹਾਂਜੀ, ਉਹਨਾਂ ਦੇ ਨਾਂ ਰਜਿੰਦਰ ਕੌਰ ਭੱਠਲ, ਰਵਨੀਤ ਬਿੱਟੂ, ਸੁਨੀਲ ਜਾਖੜ ਤੇ ਹੋਰ ਨੁਮਾਇੰਦੇ ਆਏ ਸਨ। ਉਹਨਾਂ ਨੇ ਸਾਨੂੰ ਸਮਰਥਨ ਵੀ ਦਿੱਤਾ ਸੀਗਾ ਕਿ ਤੁਹਾਨੂੰ ਹਰੇਕ ਪਰਿਵਾਰ ਨੂੰ ਨੌਕਰੀ ਦਿੱਤੀ ਜਾਊਗੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ। ਤੁਹਾਡਾ ਕੀ ਨਾਮ ਹੈ? ਕੁਲਵਿੰਦਰ ਸਿੰਘ। ਕਿੱਥੋਂ ਕਿਹੜੇ ਪਿੰਡ ਚ ਆਏ? ਮੈਂ ਪਿੰਡ ਸੰਗਰੂਰ ਜ਼ਿਲ੍ਹਾ ਜੀ। ਤੁਹਾਡੇ ਪਿਤਾ ਜੀ ਕਿਵੇਂ ਸ਼ਹੀਦ ਹੋਏ ਸਨ? ਸਾਡੇ ਵੀ ਡਿਊਟੀ ਦੌਰਾਨ ਸ਼ਹੀਦ ਹੋਈ ਸੀ 17 ਤਰੀਕ 12ਵਾਂ ਮਹੀਨਾ 2018 'ਚ ਜੀ। ਉਸ ਤੋਂ ਬਾਅਦ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕਿ ਸਰ ਅਸੀਂ ਸਾਡੇ ਮਾਂ ਵੀ ਢਿੱਲੇ ਹੋਏ, ਮਾਤਾ ਢਿੱਲੀ ਹੋ ਜਾਂਦੀ ਹੈ ਤਾਂ ਘਰ ਦੇ ਰਾਸ਼ਨ ਲਿਆਉਣ ਲਈ ਵੀ ਇੰਨਾ ਮਜਬੂਰ ਹੋ ਜਾਂਦੇ ਆ ਕਿ ਸਾਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਵੀ ਸਾਡੇ ਪਿਤਾ ਜੀ ਨੌਕਰੀ ਕਰਦੇ ਸੀਗੇ ਤੇ ਦਫ਼ਤਰਾਂ 'ਚ ਜਾਂਦੇ ਸਾਨੂੰ ਹਰ ਪਾਸੇ ਰੋਸ ਮਿਲਦਾ ਗਾ। ਸਾਡੇ ਲਈ ਸ਼ਬਦ ਨਹੀਂ ਹੈਗੇ ਜੀ ਕਹਿਣ ਨੂੰ। ਤੁਸੀਂ ਜਾਣਦੇ ਹੋ ਆਫਿਸ ਜਾ ਕੇ ਗੱਲ ਕੀਤੀ ਇਹਨਾਂ ਨਾਲ ਵੀ ਸਾਨੂੰ ਨੌਕਰੀ ਦਿਓ? ਤੁਸੀਂ ਖੁਦ ਕਹਿ ਕੇ ਗਏ ਸੀ ਵਾਅਦੇ ਕੀਤੇ 2016 ਦੇ ਵਿੱਚ। ਅਸੀਂ ਸਰ ਜਾਣਦੇ ਹਾਂ ਕਿ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਹੈਗਾ, ਸਾਨੂੰ ਦਿਲਾਸਾ ਦਿੱਤਾ ਜਾਂਦਾ ਹੈਗਾ ਕੋਈ ਨਹੀਂ ਤੁਹਾਡਾ ਕੰਮ ਬਣ ਜਾਏਗਾ ਜੀ। ਅਸੀਂ ਇਹੀ ਪੈਰ ਸਾਡੇ ਮਾਤਾ ਸ੍ਰੀ ਆਉਂਦੇ ਹੈਗੇ
ਅਸੀਂ ਕਿਰਾਇਆ ਪਤਾ ਨਹੀਂ ਕਿਤੋਂ ਮੰਗ ਕੇ ਲੈ ਕੇ ਆਉਂਦੇ ਹਾਂ, ਘਰੇ ਪਹੁੰਚਦੇ ਹਾਂ ਵਾਪਸ ਜਾਂਦੇ ਨੇ, ਹਾਂ ਪੁੱਤ ਕੀ ਬਣਿਆ। ਅਸੀਂ ਆਪਣਾ ਮੂੰਹ ਲਟਕਾ ਕੇ ਕੁਝ ਨਹੀਂ ਦੱਸ ਸਕਦੇ ਜੀ, ਅਸੀਂ ਇੰਨੇ ਮਜਬੂਰ ਹਾਂ। ਜੋ ਇਹ ਕਹਿੰਦੇ ਨੇ ਵੀ ਇੰਨੇ ਮੰਤਰੀ ਗਏ ਸੀ, ਸਨ 2016 ਦੀ ਗੱਲ ਹੈ, ਉਹ ਮੰਤਰੀਆਂ ਨੂੰ ਕਿਹਾ, ਜਿਵੇਂ ਮੰਤਰੀਆਂ ਦਾ ਨਾਮ ਲੈ ਰਹੇ ਸੀ ਵੀ ਇਹ ਗਏ ਸੀ ਧਰਨੇ ਵਿੱਚ 2016 ਦੇ ਵਿੱਚ, ਫਿਰ ਮੰਤਰੀਆਂ ਨੂੰ ਜਾ ਕੇ ਮਿਲੇ ਹੋ ਕਿ ਉਹਨਾਂ ਨੂੰ ਮਿਲੇ ਹੀ ਨਹੀਂ? ਉਸ ਤੋਂ ਬਾਅਦ ਵਾਅਦੇ ਕਰਕੇ ਚਲੇ ਗਏ। ਵਾਅਦੇ ਕਰਕੇ ਚਲੇ ਗਏ ਸਰ, ਉਸ ਤੋਂ ਬਾਅਦ ਕਾਗਜ਼ੀ ਕਾਰਵਾਈ ਰਹਿ ਗਈ ਬਸ ਹੱਥ ਦੇ ਵਿੱਚ, ਅਸੀਂ ਇਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਫਿਰ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਉਹਨੂੰ? ਘਰ ਦਾ ਗੁਜ਼ਾਰਾ ਪੁੱਛੋ ਨਾ ਜੀ, ਅਸੀਂ ਦਿਹਾੜੀ ਕੋਈ ਰਾਸ਼ਨ ਤੱਕ ਵੀ ਨਹੀਂ ਦਿੰਦਾ ਹੈਗਾ ਜੀ ਸਾਨੂੰ, ਕਿਸ ਵੇਸ ਤੇ ਦੇਗਾ ਜੀ, ਪੱਲੇ ਪੈਸਾ ਤੱਕ ਨਹੀਂ ਹੈ। ਹੁਣ ਵੀ ਅਸੀਂ ਕਿਰਾਇਆ ਕਿਸੇ ਤੋਂ ਲੈ ਕੇ ਆਏ ਹਾਂ ਜੀ, ਤੁਸੀਂ ਹੁਣ ਆਏ ਹੋ ਇੱਥੇ ਪ੍ਰੋਟੈਸਟ ਕਰਨ, ਉਹ ਵੀ ਕਿਰਾਇਆ ਕਿਸ ਕੋਲ ਲੈ ਕੇ ਆਏ ਹੋ ਬੱਸ ਦਾ? ਕਿਰਾਇਆ ਕਿਸੇ ਤੋਂ ਲੈ ਕੇ ਆਏ ਹਾਂ ਸਰ। ਹੁਣ ਸਾਨੂੰ ਜੇ ਨਹੀਂ ਕੁਝ ਮਿਲੇਗਾ, ਸਾਨੂੰ ਉਹ ਵੀ ਜਾ ਕੇ ਦੇਣੇ ਬੜੇ ਔਖੇ ਹੋ ਜਾਣਗੇ। ਸਾਨੂੰ ਆਇਆਂ ਨੂੰ ਵੀ ਇੱਥੇ 2-2 ਹਫ਼ਤੇ ਹੋ ਗਏ, ਕਿੱਥੋਂ ਪੈਸੇ ਦੇਵਾਂਗੇ ਜੀ ਅਸੀਂ ਜਾ ਕੇ? ਕੰਮ ਤੋਂ ਸਾਡੇ ਉਹ ਵਿਹਲੇ ਪਏ ਆ, ਮਾਤਾ ਸਾਡੀਆਂ ਵਿਚਾਰੀਆਂ ਉਹ ਬੈਠੀਆਂ ਆਸ ਲਈ ਬੈਠੀਆਂ ਨੇ, ਕਿੱਥੋਂ ਮਾਤਾ ਨੂੰ ਕਿੱਥੋਂ ਕੀ ਜਵਾਬ ਦੇਵਾਂਗੇ ਜਾ ਕੇ? ਸਰਕਾਰ ਕਹਿ ਰਹੀ ਵੀ ਤਰਸ ਆਧਾਰ ਤੇ ਨੌਕਰੀਆਂ ਜਿਵੇਂ ਐਮਐਲਏ ਦੇ ਮੁੰਡਿਆਂ ਨੂੰ ਵੰਡ ਰਹੀਆਂ ਸੀ, ਤੇ ਤੁਹਾਡੇ ਪਿਤਾ ਜੀ ਤਾਂ ਸ਼ਹੀਦ ਹੋਏ ਨੇ, ਫਿਰ ਵੀ ਉਸ ਤੋਂ ਬਾਅਦ ਹੀ ਹਾਲ ਦੇਖ ਲਓ ਜੀ, ਸਾਡੇ ਪੈਰਾਂ ਦੇ ਚੱਪਲਾਂ ਨੇ। ਘਰੇ ਜਾ ਕੇ ਵੀ ਬੱਚੇ ਸਾਡੇ ਕਿਨੇ ਦੇਖਦੇ ਨੇ, ਹਾਂ ਜੀ ਕੀ ਬਣਿਆ ਜੀ, ਕੁਝ ਵੀ ਨਹੀਂ, ਕੁਝ ਨਹੀਂ ਕਹਿ ਸਕਦੇ ਜੀ, ਦੱਸ ਨਹੀਂ ਸਕਦੇ ਜੀ, ਲਫ਼ਜ਼ ਨਹੀਂ ਹੈਗੇ ਜੀ ਦੱਸਣ ਨੂੰ। ਕਿੰਨੇ ਸਮੇਂ ਤੋਂ ਧਰਨਾ ਦੇ ਰਹੇ ਹੋ ਇੱਥੇ? ਸਾਨੂੰ ਹਫ਼ਤਾ ਹੋ ਗਿਆ ਜੀ ਇੱਥੇ ਪ੍ਰੋਟੈਸਟ ਕਰਦਿਆਂ ਨੂੰ। ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ? ਨਾ ਜੀ। ਤੁਹਾਡਾ ਕੀ ਨਾਮ ਹੈ? ਅਮਰਜੀਤ ਸਿੰਘ। ਤੁਹਾਡੇ ਪਿਤਾ ਜੀ ਕਿਵੇਂ ਸ਼ਹੀਦ ਹੋਏ ਸਨ? ਸਰ ਔਨ ਡਿਊਟੀ ਰੋਡ ਤੇ ਸੀਗੇ ਤੇ ਬੱਸ ਨਾਲ ਐਕਸੀਡੈਂਟ ਹੋਇਆ ਸੀ ਉਹਨਾਂ ਦਾ। ਮੇਰੇ ਫਾਦਰ ਦੀ ਡੈਥ ਹੋਈ ਸੀ 2001 ਚ, ਤੇ ਉਸ ਤੋਂ ਬਾਅਦ ਉਹ ਸਾਨੂੰ ਕਹਿੰਦੇ ਸੀਗੇ ਵੀ ਤੁਸੀਂ ਜਦੋਂ 18 ਸਾਲ ਦੇ ਹੋ ਜਾਓਗੇ ਤੁਹਾਡੀ ਨੌਕਰੀ ਮਿਲ ਜੂਗੀ। ਅਸੀਂ 3-4 ਵਾਰੀ ਮੈਂ ਡੀਜੀਪੀ ਕੋਲ ਆਇਆ ਤੇ ਮੰਤਰੀਆਂ ਕੋਲ ਵੀ ਗਏ, ਲੋਕਲ ਵੀ ਗਏ, ਪਰ ਕਿਹੜੇ ਮੰਤਰੀ ਕੋਲ ਜਾ ਕੇ ਆਏ ਹੋ? ਮੰਤਰੀ ਦੂਸਰਾ ਇੱਕ ਸੀਐਮ ਦੀ ਕੋਠੀ ਆਏ ਆ, ਇੱਥੇ ਨਹੀਂ ਨਾ ਗੱਲ ਸੁਣੀ। ਅਸੀਂ ਦੂਸਰਾ ਪਟਿਆਲੇ ਗਏ ਸੀਗੇ, ਉੱਥੇ ਵੀ ਨਹੀਂ ਨਾ ਗੱਲ ਸੁਣੀ। ਤੇ ਦੂਸਰਾ ਸਕੱਤਰੇਤ ਵੀ ਆਏ ਸੀਗੇ, ਡੀਜੀਪੀ ਕੋਲ ਵੀ ਮੈਂ 3-4 ਵਾਰੀ ਆਇਆ। ਤੇ ਮਾਤਾ ਮੇਰੇ ਘਰ ਕਿਸੇ ਦੇ ਜਾ ਕੇ ਸਫਾਈ ਕਰਦੇ ਆ, ਤੇ ਚਲੋ ਸਫਾਈ ਕਰਕੇ ਜੋ ਘਰ ਦਾ ਖਰਚਾ ਉਹਦੇ ਨਾਲ ਚੱਲਦਾ। ਮੈਂ ਇੱਕ ਦਿਹਾੜੀਦਾਰ ਬੰਦਾ, ਦਿਹਾੜੀ ਜਾ ਕੇ ਹੁਣ ਮੈਂ 10 ਦਿਨ ਹੋ ਗਏ ਇੱਥੇ, ਤਾਂ ਫਿਰ ਕੁਝ ਨਹੀਂ ਕਰਦਾ ਇਸ ਟਾਈਮ ਹੈਗਾ। ਜਦ ਮੈਂ ਘਰੇ ਜਾਵਾਂਗਾ ਤਾਂ ਮਾਤਾ ਮੇਰੀ ਵੀ ਮੈਨੂੰ ਵੇਖ ਕੇ ਕੀ ਆਖੇਗੀ, ਸੋਚੂਗੀ ਵੀ ਦੱਸ। ਕਹਿੰਦੇ ਨੇ ਵੀ ਸ਼ਹੀਦਾਂ ਦੇ ਪਰਿਵਾਰ ਨੂੰ ਸਨਮਾਨ ਮਿਲੂਗਾ, ਕੈਪਟਨ ਸਾਹਿਬ ਵੀ ਕਹਿੰਦੇ ਵੀ ਇੰਨੇ ਪੈਸੇ ਵੀ ਦਵੋਗੇ, ਤੇ ਤੁਹਾਡੇ ਤਾਂ ਪਿਤਾ ਜੀ ਖੁਦ ਹੈ ਨਹੀਂ, ਤੁਸੀਂ ਜਿਵੇਂ ਸਾਰੇ ਨੌਜਵਾਨ ਖੜੇ ਹੋ, ਪਰ ਨੌਕਰੀ ਵੀ ਨਹੀਂ ਤੇ ਇਹਨਾਂ ਵਾਸਤੇ ਹੈਗੀ ਵੀ ਤੁਹਾਨੂੰ ਇੱਕ ਨੌਕਰੀ ਦੇ ਦੇਣ। ਸਰ ਸਾਡੇ ਰਿਸ਼ਤੇਦਾਰ ਵੀ ਨਹੀਂ ਸਾਨੂੰ ਪੁੱਛਦੇ ਹੈਗੇ, ਕਿਸੇ ਕੋਲ ਜਾਂਦੇ ਹਾਂ ਅਗਲਾ ਕਹਿੰਦਾ ਪੈਸੇ ਮੰਗ ਰਹੇ ਆ, ਕਿਤੋਂ ਦਾ ਜੀ ਅਸੀਂ ਘਰੇ ਜਾ ਕੇ ਕਿਵੇਂ ਗੁਜ਼ਾਰਾ ਕਰਾਂਗੇ? ਕੋਈ ਕਿਰਾਏ ਤੇ ਬੈਠਾ ਹੈਗਾ, ਕਿਸੇ ਕੋਲੇ ਜਗ੍ਹਾ ਵੇਚੀ ਨਹੀਂ ਹੈਗੀ, ਕਿਸੇ ਨੇ 2-2 ਲੱਖ ਰੁਪਏ ਸਾਡੇ ਸਿਰ ਤੇ ਹੋਰ ਚੜੇ ਹੋਏ ਆ, ਕਿੱਥੋਂ ਦੇਵਾਂਗੇ ਅਸੀਂ? ਕਰਜ਼ਾ ਵੀ ਤੁਹਾਡੇ ਸਿਰ ਤੇ ਹੈਗਾ? ਹਾਂਜੀ, ਕਿੱਥੋਂ ਅਸੀਂ ਨੌਕਰੀ ਦੇਵਾਂ ਕਰਾਂਗੇ ਤੇ ਕਿੱਥੋਂ ਅਸੀਂ 2 ਮਹੀਨੇ ਜੇ ਅਸੀਂ ਐਸੇ ਹਾਲ 'ਚ ਰਹੇ ਤਾਂ ਸਾਡੇ ਤਾਂ ਚੱਪਲਾਂ ਪਾ ਕੇ ਆਏ ਹੋ, ਬੂਟ ਵੀ ਨਹੀਂ ਗਏ ਪੈਰਾਂ ਵਿੱਚ? ਬੂਟ ਚੱਪਲਾਂ ਕਿਸ ਗਈਆਂ ਜੀ, ਕੁਝ ਵੀ ਨਹੀਂ ਰਿਹਾ ਪੱਲੇ, ਰਾਸ਼ਨ ਮੂੰਹ ਖਾਣ ਨੂੰ ਵੀ ਪੈਸਾ ਨਹੀਂ ਹੈਗਾ ਜੀ। ਜਿੰਨੇ ਵੀ ਨੌਜਵਾਨ ਆਏ ਨੇ ਇਹਨਾਂ ਦੇ ਪਿਤਾ ਜੀ ਸ਼ਹੀਦ ਹੋ ਗਏ ਸਨ ਪੰਜਾਬ ਹੋਮਗਾਰਡ ਚੋਂ, ਅੱਜ ਇੱਥੇ ਖੜੇ ਨੇ, ਪਿਤਾ ਜੀ ਸ਼ਹੀਦ ਨੇ, ਖੜੇ ਨੇ, ਨੌਕਰੀਆਂ ਨੂੰ ਤਰਸ ਰਹੇ ਨੇ। ਪਹਿਲਾਂ ਵੀ ਕਿਹਾ ਗਿਆ ਸੀ ਸਰਕਾਰ ਵੱਲੋਂ ਕਿ ਨੌਕਰੀ ਦਿੱਤੀ ਜਾਏਗੀ, ਪਰ ਨੌਕਰੀ ਨਹੀਂ ਮਿਲੀ। ਜਿਵੇਂ ਜਿਗਦਾ ਹੁੰਦਾ ਵੀ ਹੁਣ ਵੀ ਬੱਸਾਂ ਪਿੱਛੇ ਲੱਗੇ ਦਿਖੇ ਹੋਣਗੇ ਵੀ ਸ਼ਹੀਦ ਦੇ ਪਰਿਵਾਰਾਂ ਨੂੰ ਆਉਣਗੀਆਂ, ਕੈਪਟਨ ਸਾਹਿਬ ਦੀ ਫੋਟੋ ਵੀ ਲੱਗੀ ਹੋਈ ਹੈ, ਤੇ ਫਿਰ ਵੀ ਨੌਕਰੀ ਨਹੀਂ ਮਿਲਦੀ। ਸਰ ਅਸੀਂ ਬਕਾਇਦਾ ਸਰਕਾਰ ਦੇ ਸਾਰੇ ਨੁਮਾਇੰਦਿਆਂ ਤੱਕ ਪਹੁੰਚ ਕੀਤੀ ਆ। ਮਹਾਰਾਣੀ ਪ੍ਰਨੀਤ ਕੌਰ ਬਰਮ ਮਹਿੰਦਰਾ ਕੋਲੇ, ਆਪਣੇ ਸੀਐਮ ਸਾਹਿਬ ਪਟਿਆਲਾ ਤੋਂ ਨੇ, ਅਸੀਂ ਉੱਥੇ ਵੀ ਗਏ ਆ, ਪਰ ਸਾਨੂੰ ਸਿਰਫ ਲਾਰਿਆਂ ਤੋਂ ਸਿਵਾ ਕੁਝ ਵੀ ਨਹੀਂ ਦਿੱਤਾ। ਨੌਕਰੀਆਂ ਤਾਂ ਕੀ ਦੇਣੀਆਂ ਸੀਗੀਆਂ, ਸਿਰਫ ਸਾਡੇ ਨਾਲ ਇਹਨਾਂ ਨੇ ਵਾਅਦੇ ਕੀਤੇ ਹੋਏ ਅੱਜ ਤੱਕ ਪੂਰੇ ਨਹੀਂ ਕੀਤੇ। ਸਾਤੋਂ ਸਿਰਫ ਬਸ ਸਾਨੂੰ ਲਾਰੇ ਲਾ ਕੇ ਮੋੜਿਆ ਜਾਂਦਾ ਵੀ ਤੁਹਾਡਾ ਦਫ਼ਤਰਾਂ 'ਚ ਜਾਂਦੇ ਉੱਥੇ ਵੀ ਇਹ ਗੱਲ ਕਹੀ ਜਾਂਦੀ ਆ ਵੀ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਦਿੱਤੀਆਂ ਕਦੋਂ ਜਾਣਗੀਆਂ ਸਰ ਜੀ? ਬੇਰੁਜ਼ਗਾਰ ਅਸੀਂ ਅੱਜ ਹੋਏ ਪਏ ਆ, ਪੈਸੇ ਸਾਡੇ ਲਵੇ ਅੱਜ ਨਹੀਂ ਹੈਗੇ, ਨੌਕਰੀਆਂ ਦੇਣਗੇ ਸਰਕਾਰ ਦਊਗੀ ਕਦੋਂ ਨਾ? ਸਾਨੂੰ ਵੀ 10-10 ਸਾਲ 15-15 ਸਾਲ 20-20 ਸਾਲ ਹੋ ਗਏ ਨੇ। ਸਰਕਾਰ ਨੂੰ ਮੈਂ ਇਹ ਦੱਸਣੀ ਚਾਹਣਾ ਵੀ ਇਕੱਲੇ ਮੁਲਾਜ਼ਮ ਸ਼ਹੀਦ ਨਹੀਂ ਹੋਏ, ਉਹਨਾਂ ਦੇ ਪਰਿਵਾਰ ਵੀ ਸੀ ਪਿੱਛੇ, ਉਹਨਾਂ ਦੀਆਂ ਮਾਵਾਂ ਵੀ ਸੀਗੀਆਂ, ਉਹਨਾਂ ਦੀਆਂ ਭੈਣਾਂ ਵੀ ਸੀਗੀਆਂ, ਉਹਨਾਂ ਦੇ ਬੇਟੇ ਵੀ ਸੀਗੇ, ਕਈ ਔਰਤਾਂ ਦੇ ਸੁਹਾਗ ਤੱਕ ਉੱਜੜੇ ਨੇ। ਮੈਂ ਸਰਕਾਰਾਂ ਅੱਗੇ ਅਪੀਲ ਕਰਨੀ ਚਾਹੁੰਦਾ ਵੀ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ। ਜੇ ਸਾਡੇ ਸਰਕਾਰ ਬਣਦੇ ਹੱਕ ਨਹੀਂ ਦੇਊਗੀ ਤਾਂ ਸਾਨੂੰ ਇਹ ਸੰਘਰਸ਼ ਨੂੰ ਤਿੱਖਾ ਕਰਨਾ ਪਊਗਾ।
ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ। ਮੇਰੇ ਇੱਕ ਹੋਰ ਸਵਾਲ ਹੈ, ਜਿਵੇਂ ਤੁਸੀਂ ਭਾਵੁਕ ਹੋ ਗਏ ਸੀ ਗੱਲ, ਜਿਵੇਂ ਸਰਕਾਰ ਦੀ ਹੁਣ ਗੱਲ ਕਰ ਰਹੇ ਹੈਗੇ ਹੋ, ਇੰਨੇ ਸਾਲ ਹੋ ਗਏ ਸ਼ਹੀਦ ਹੋਏ ਨੂੰ, ਤੇ ਜਿਵੇਂ ਸਰਕਾਰ ਕਹਿੰਦੀ ਵੀ ਸ਼ਹੀਦ ਦਾ ਮਾਨ ਸਨਮਾਨ ਇਸ ਪੰਜਾਬ ਦੇ ਵਿੱਚ, ਪੂਰੇ ਭਾਰਤ ਵਿੱਚ ਹੁੰਦਾ ਹੈ, ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ, ਤਾਂ ਲੱਗਦਾ ਵੀ ਸਰਕਾਰ ਹੁਣ ਇੰਨੀ ਗੈਰ ਗੁਜ਼ਰੀ ਹੋ ਗਈ ਵੀ ਇੱਕ ਨੌਕਰੀ ਵਾਸਤੇ ਵੀ ਤੁਹਾਨੂੰ ਨਹੀਂ ਕਹਿ ਰਹੀ 1000 ਮੁੰਡੇ ਤੁਸੀਂ ਹੈਗੇ ਹੋ ਪੂਰੇ ਪੰਜਾਬ ਦੇ ਵਿੱਚ। ਸਰ ਮਾਣ ਤਾਂ ਸਾਨੂੰ ਇਹੋ ਜਿਹਾ ਮਿਲਦਾ ਹੈਗਾ ਕਿ ਅਸੀਂ ਦੱਸ ਨਹੀਂ ਸਕਦੇ। ਬਹੁਤ ਵੱਡਾ ਮਾਣ ਮਿਲਦਾ ਸਾਨੂੰ, ਸਾਡੇ ਡੈਡੀਆਂ ਨੇ ਨੌਕਰੀ ਕੀਤੀ ਹੈ ਨਾ, ਜਦੋਂ ਅਸੀਂ ਘਰੇ ਵੀ ਲੈ ਕੇ ਗਏ ਨਾ, ਸਾਨੂੰ ਉਸ ਦਿਨ ਹੀ ਮਾਣ ਮਿਲ ਗਿਆ ਸੀਗਾ ਜੀ। ਉਸ ਤੋਂ ਬਾਅਦ ਤਾਂ ਅਸੀਂ ਉਮੀਦ ਨਹੀਂ ਰੱਖ ਸਕਦੇ, ਉਮੀਦਾਂ ਟੁੱਟ ਚੁੱਕੀਆਂ ਜੀ। ਮਾਤਾ ਸਾਡੀ ਜਿਵੇਂ ਹੁਣ ਵੀਰ ਨੇ ਦੱਸਿਆ ਹੈਗਾ ਭਾਂਡੇ ਮਾਂਜਦੀਆਂ ਵਿਚਾਰੀਆਂ, ਹੁਣ ਇੱਥੋਂ ਅਸੀਂ ਫੋਨ ਵੀ ਕਰਦੇ ਆ ਨਾ, ਫੋਨ ਵੀ ਇੱਕ ਦੂਜੇ ਦਾ ਫੋਨ ਲੈ ਕੇ ਕਰਦੇ ਆ ਜੀ ਵੀ ਮਾਤਾ ਜੀ ਸਾਡੇ ਕੋਲ ਪੈਸੇ ਖਤਮ ਹੋ ਗਏ। ਪੈਸੇ ਕਦੋਂ ਭੇਜਦੇ ਨੇ ਪਿੱਛੋਂ? ਕੋਈ ਨਹੀਂ ਪੁੱਤ, ਕੋਈ ਨਹੀਂ, ਪੁੱਛ ਕੇ ਕਿਸੇ ਤੋਂ 400-500 ਰੁਪਏ ਭੇਜ ਦਿੰਨੇ ਆ, ਉਹ ਵੀ 500 ਰੁਪਏ ਕਿਸੇ ਤੋਂ ਪੁੱਛ ਕੇ ਜੀ ਹਫਤੇ ਦਾ ਟਾਈਮ ਦਿੰਦੇ ਨੇ। ਹਫਤੇ ਤੱਕ ਨਾ ਪੈਸੇ ਮੋੜਾਂਗੇ ਤਾਂ ਫਿਰ ਮਾਤਾ ਦਾ ਫੋਨ ਆਉਂਦਾ ਗਾ, ਪੁੱਤ ਕਿੱਥੋਂ ਪੈਸੇ ਦੇਵਾਂ ਮੈਂ ਹੁਣ, ਕਿੱਥੋਂ ਦਈਏ ਪੈਸੇ ਹੁਣ, ਅਸੀਂ ਕੀ ਕਰੀਏ ਹੁਣ, ਅਸੀਂ ਪ੍ਰੋਟੈਸਟ ਕਰੀਏ ਜਾਂ ਪਰਿਵਾਰ ਨੂੰ ਦੇਖੀਏ ਜੀ। ਡੈਡੀ ਤੋਂ ਬਾਅਦ ਤਾਂ ਘਰ ਖਤਮ ਹੀ ਹੋ ਗਿਆ ਜੀ, ਕੁਛ ਉਮੀਦਾਂ ਨਹੀਂ ਰਹੀਆਂ ਹੈਗੀਆਂ, ਉਮੀਦਾਂ ਚਕਨਾਚੂਰ ਹੋ ਗਈਆਂ। ਇਹ ਸਰਕਾਰ ਲੱਗਦਾ ਵੀ ਹੁਣ ਤਾਂ ਚੋਣਾਂ ਹੈਗੀਆਂ 22 ਦੇ ਵਿੱਚ, ਜਾ ਕੇ ਵਾਅਦੇ ਤਾਂ ਕਰ ਰਹੀਆਂ ਨੇ, ਫਿਰ ਨੌਕਰੀ ਦੇ, ਫਿਰ ਵਾਅਦੇ ਕਰਦੇ ਨੇ ਬਿਜਲੀਆਂ ਦੇ, ਹੋਰ ਵੀ ਵਾਅਦੇ ਚੱਲੀ ਜਾਂਦੇ ਨੇ ਵਿੱਚੇ। ਹੁਣ ਵੀ ਕੋਈ ਉਮੀਦ ਹੈਗੀ ਹੈ ਕਿ ਬਸ ਵੋਟਾਂ ਦੇ ਨਾਂ ਦੇ ਉੱਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਫ੍ਰੀ ਕਹਿ ਕੇ ਵੀ ਸਭ ਕੇ ਫ੍ਰੀ ਦੇ ਦਾਂਗੇ? ਸਾਰਾ ਅਸੀਂ ਉਮੀਦ ਟੁੱਟ ਚੁੱਕੇ, ਪੈਰਾਂ ਦੇ ਵਿੱਚ ਚੱਪਲਾਂ ਆ ਚੁੱਕੀਆਂ। ਇਹ ਵੀ ਉਮੀਦ ਨਹੀਂ ਹੈਗੀ ਕਿ ਅਸੀਂ ਚੱਪਲਾਂ ਪਾ ਕੇ ਘਰ ਜਾਵਾਂਗੇ ਜਾਂ ਨੰਗੇ ਪੈਰ ਜਾਵਾਂਗੇ ਜੀ। ਇਹ ਵੀ ਸਾਨੂੰ ਆਪਣੇ ਆਪ ਤੇ ਉਹ ਨਹੀਂ ਹੈਗਾ ਜੀ, ਹਿੰਮਤ ਖਤਮ ਹੋ ਚੁੱਕੀ ਸਾਡੀ ਹੁਣ। ਤੇ ਜਿਵੇਂ ਸਾਰੀ ਗੱਲਬਾਤ ਸੁਣੀਏ, ਨੌਜਵਾਨ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਇੱਥੇ ਆਏ ਨੇ। ਪਿਤਾ ਜੀ ਕਈਆਂ ਦੇ 1995 ਚ, ਕਿਸੇ 2018 ਚ, ਕਿਸੇ 2012 ਦੇ ਵਿੱਚ ਅਲੱਗ-ਅਲੱਗ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਹੈ। ਹੋਮਗਾਰਡ ਦੇ ਵਿੱਚ ਮੌਜੂਦ ਸਨ ਇਹਨਾਂ ਦੇ ਪਿਤਾ ਜੀ, ਅੱਜ ਦੁਨੀਆ ਵਿੱਚ ਨਹੀਂ ਹੈ। ਸੰਨ 2016 ਦੇ ਵਿੱਚ ਧਰਨਾ ਦਿੱਤਾ ਗਿਆ ਸੀ, ਜਿਸ ਵਿੱਚ ਕੈਪਟਨ ਸਾਹਿਬ ਆਏ ਸਨ, ਉਹਨਾਂ ਦੇ ਮੰਤਰੀ ਵੀ ਆਏ ਸਨ, ਉਹ ਕਹਿ ਕੇ ਗਏ ਸਨ ਇਹਨਾਂ ਨੂੰ ਕਿ ਤੁਹਾਨੂੰ ਅਸੀਂ ਨੌਕਰੀ ਦਾਂਗੇ ਜਦੋਂ ਸਾਡੀ ਸਰਕਾਰ ਆਏਗੀ। ਹਾਲ ਤੁਸੀਂ ਦੇਖ ਰਹੇ ਹੋ, ਇਹ ਉਹ ਸਰਕਾਰਾਂ ਨੇ ਜਿਹੜੀਆਂ ਦਾਅਵਾ ਕਰਦੀਆਂ ਨੇ, ਵਾਅਦੇ ਕਰਦੀਆਂ ਨੇ ਵੀ ਤੁਹਾਨੂੰ ਨੌਕਰੀ ਦਾਂਗੇ, ਘਰ ਘਰ ਨੌਕਰੀ ਦਾਂਗੇ। ਹਾਲ ਤੁਸੀਂ ਦੇਖ ਰਹੇ ਹੋ, 1000 ਮੁੰਡਾ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਪਿਤਾ ਜੀ ਸ਼ਹੀਦ ਹੋ ਗਏ ਸਨ, ਨੌਕਰੀ ਨਹੀਂ ਮਿਲੀ। ਔਰ ਇੱਕ ਬੈਚ ਨੂੰ, ਇੱਕ ਕਿਹੜਾ ਬੈਚ ਹੈਗਾ ਸੀ ਜਿਸ ਨੂੰ ਨੌਕਰੀ ਦੇ ਦਿੱਤੀ ਗਈ, ਤੁਸੀਂ ਜੋ ਕਹਿੰਦੇ ਪਏ ਸੀ? ਸਰ 2017 ਤੋਂ ਲੈ ਕੇ 2018 ਤੱਕ ਪੰਜਾਬ ਸਰਕਾਰ ਦੁਆਰਾ ਨੌਕਰੀ ਦਿੱਤੀ ਗਈ ਆ, ਪਰ ਉਸ ਤੋਂ ਜੋ ਅੱਗੇ 18 ਤੋਂ ਲੈ ਕੇ 21 ਤੱਕ ਦੇ ਕਿਸੇ ਵੀ ਬੈਚ ਨੂੰ ਨੌਕਰੀ ਨਹੀਂ ਦਿੱਤੀ ਗਈ, ਤੇ 84 ਤੋਂ ਲੈ ਕੇ 2006 ਤੱਕ ਦੇ ਕੇਸ ਪੈਂਡਿੰਗ ਪਏ ਨੇ। ਜਦੋਂ ਨੌਕਰੀ ਦਿੱਤੀ ਗਈ ਹੈ 2007 ਤੋਂ ਲੈ ਕੇ 18 ਤੱਕ, ਕੋਈ ਅੰਕੜਾ ਹੈਗਾ ਕਿੰਨੇ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ? ਸਰ ਲਗਭਗ 800 850 ਪਰਿਵਾਰਾਂ ਨੂੰ ਨੌਕਰੀ ਮਿਲੀ ਆ, ਔਰ ਸਾਨੂੰ ਨੌਕਰੀ ਦਿੱਤੀ ਗਈ ਹੈ। ਉਹ 10 ਸਾਲ ਦੇ ਟਰਮ ਦੇ ਵਿੱਚ। ਹਾਂਜੀ ਸਰ। ਹੁਣ ਫੈਸਲਾ ਤੁਹਾਡੇ ਹੱਥ ਹੈ, ਵੋਟਾਂ ਫਿਰ ਮੰਗਣ ਆਣਗੇ 2022 ਦੇ ਵਿੱਚ ਚੋਣਾਂ ਨੇ, ਫੈਸਲਾ ਆਪ ਕਰ ਲਿਆ ਜੇ ਇਸੇ ਤਰੀਕੇ ਨਾਲ ਵੋਟ ਲਾ ਕੇ ਖੜਨਾ ਹੈ ਕਿ ਕੋਈ ਸਵਾਲ ਜਵਾਬ ਵੀ ਕਰੋਗੇ ਆਪਣੇ ਲੀਡਰਾਂ ਨੂੰ? ਲੀਡਰ ਆਏ ਸੀ 2016 ਦੇ ਵਿੱਚ ਵੀ, ਲੀਡਰ ਆਏ ਸੀ ਜਦੋਂ ਬਾਦਲ ਦੀ ਸਰਕਾਰ ਸੀ, ਖੁਦ ਆਏ ਸੀ, ਕੈਪਟਨ ਸਾਹਿਬ ਕਹਿ ਕੇ ਗਏ ਸੀ ਤੁਹਾਨੂੰ ਨੌਕਰੀਆਂ ਦਾਂਗੇ। ਸਵਾਲ ਕਰ ਲਿਆ ਜੇ, ਆਉਣ ਵਾਲਾ ਭਵਿੱਖ ਤੁਹਾਡੇ ਹੱਥ ਵਿੱਚ ਹੈ, ਕਿਉਂਕਿ ਸਵਾਲ ਵੀ ਤੁਸੀਂ ਕਰੋਗੇ ਵੀ ਸਾਡੇ ਲਈ ਕੀਤਾ ਕੀ ਹੈ, ਵਾਅਦੇ ਕਿੱਥੇ, ਪੰਜਾਬ ਦੇ ਸਿਰ ਕਰਜ਼ਾ ਚੜੀ ਜਾਂਦਾ ਹੈ, ਖਜ਼ਾਨਾ ਖਾਲੀ ਹੁੰਦਾ ਤੇ ਉਹ ਖਜ਼ਾਨੇ ਦੇ ਪੈਸੇ ਜਾਂਦੇ ਕਿੱਥੇ ਨੇ? ਸਵਾਲ ਤੁਸੀਂ ਕਰ ਲਿਆ ਜੇ ਸਵਾਲ ਨਹੀਂ ਕੀਤੇ, ਆਉਣ ਵਾਲੇ ਸਮੇਂ ਵਿੱਚ ਤੁਸੀਂ ਵੀ ਇਸ ਚੁਰਾਹੇ ਵਿੱਚ ਪੋਸਟਰ ਲੈ ਕੇ ਖੜੇ ਹੋਵੋਗੇ ਵੀ ਸਾਨੂੰ ਨੌਕਰੀ ਦਿਓ, ਜਿਵੇਂ ਅੱਜ ਇਹ ਨੌਜਵਾਨ ਖੜੇ ਨੇ। ਇਹ ਪੰਜਾਬ ਦਾ ਭਵਿੱਖ ਹੈ ਜੋ ਅੱਜ ਨੌਕਰੀਆਂ ਮੰਗ ਰਿਹਾ। ਭਾਵੁਕ ਵੀ ਹੋ ਗਏ ਸਨ ਵੀ ਪਿਤਾ ਜੀ ਸ਼ਹੀਦ ਹੋ ਗਏ, ਸਰਕਾਰ ਨੇ ਲਾਰੇ ਲਾ ਕੇ ਰੱਖੇ ਵੀ ਨੌਕਰੀ ਦਾਂਗੇ, ਪਰ ਨੌਕਰੀ ਨਹੀਂ ਦਿੱਤੀ। ਇਹ ਨਾ ਹੋਵੇ ਕਿ ਅਗਲਾ ਨੰਬਰ ਤੁਹਾਡਾ ਹੋਵੇ, ਤੁਸੀਂ ਵੀ ਇਸ ਜਗ੍ਹਾ 'ਤੇ ਆ ਕੇ ਖੜੇ ਹੋਵੋ, ਪ੍ਰੋਟੈਸਟ ਕਰੋ ਕਿ ਸਾਨੂੰ ਵੀ ਨੌਕਰੀ ਦਿੱਤੀ ਜਾਵੇ। ਸਵਾਲ ਕਰੋ, ਜਵਾਬ ਵੀ ਮੰਗਿਆ ਕਰੋ, ਤੁਸੀਂ ਸਾਡੇ ਲਈ ਕੀਤਾ ਕੀ ਹੈ, ਪਿਛਲੇ ਵਾਅਦੇ ਪੂਰੇ ਕੀਤੇ ਕਿ ਨਹੀਂ ਕੀਤੇ, ਉਸ 'ਤੇ ਵੀ ਚਰਚਾ ਕਰਿਆ ਕਰੋ।